ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਦੇ ਉੱਤੇ ਜਲਦ ਫੈਸਲਾ ਲੈਣ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਦੇ ਵਿੱਚ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਦੇ ਲਈ ਵਿਰੋਧ ਪ੍ਰਦਰਸ਼ਨ ਹੋਏ, ਜਿਸ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਨੂੰ ਸਿਫਾਰਿਸ਼ ਕਰਕੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਦੇ ਲਈ ਟਾਲ ਦਿੱਤੀ। ਇਸ ਦੇ ਉੱਤੇ ਹੁਣ ਕੇਂਦਰ ਸਰਕਾਰ ਨੂੰ ਫੈਸਲਾ ਲੈਣਾ ਸੀ। ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀਰਵਾਰ ਤੱਕ ਹਲਫਨਾਮਾ ਦਾਇਰ ਕਰਕੇ ਆਪਣਾ ਰੁਖ ਸਾਫ਼ ਕਰਨ ਨੂੰ ਕਿਹਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਜੱਜਮੈਂਟ ਤੇ ਮੈਨੂੰ ਪਤਾ ਹੈ, ਪਰ ਵੱਧ ਤੋਂ ਵੱਧ ਇਹ ਹੋ ਸਕਦਾ ਵੀ ਕਿਉਂਕਿ ਫਾਂਸੀ ਦਿੱਤੀ ਨਹੀਂ ਗਈ ਤੇ ਉਹ ਜਿਵੇਂ ਬਾਕੀਆਂ ਸਾਰਿਆਂ ਦੀ ਉਮਰ ਕੈਦ ਜਿਵੇਂ ਹੋਈ ਆ, ਇਹ ਫਾਂਸੀ ਦੀ ਜਿਹੜੀ ਤਬਦੀਲ ਉਮਰ ਕੈਦ 'ਚ ਹੋ ਜਾਏ। ਇਹ ਹੋ ਸਕਦਾ ਵੀ ਟਿਲ ਡੈਥ ਉਹ ਜੇਲ੍ਹ 'ਚ ਰਹਿਣ। ਜ਼ਿਕਰ ਖਾਸ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ ਐਸਪੀਓ ਦਿਲਾਵਰ ਸਿੰਘ ਦੇ ਨਾਲ ਮਿਲ ਕੇ ਬਿਆਨ ਸਿੰਘ ਨੂੰ ਬੰਬ ਧਮਾਕੇ ਦੇ ਵਿੱਚ ਮਾਰਨ ਦੀ ਗੱਲ ਵੀ ਕਬੂਲੀ ਸੀ। ਦਿਲਾਵਰ ਸਿੰਘ ਨੇ ਹਿਊਮਨ ਬੰਬ ਬਣ ਕੇ ਹਮਲਾ ਕੀਤਾ ਸੀ ਅਤੇ ਰਾਜੋਆਣਾ ਉਸ ਦੇ ਪਿੱਛੇ ਸੀ। ਜੇਕਰ ਦਿਲਾਵਰ ਨਾਕਾਮਯਾਬ ਹੋ ਜਾਂਦਾ ਤਾਂ ਰਾਜੋਆਣਾ ਨੇ ਹਮਲਾ ਕਰਨਾ ਸੀ। ਤਾਂ ਹੁਣ ਕੇਂਦਰ ਦੇ ਵੱਲੋਂ ਕੀ ਕੁਝ ਹਲਫਨਾਮੇ ਦੇ ਵਿੱਚ ਕਿਹਾ ਜਾਂਦਾ ਹੈ, ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿ ਕੇਂਦਰ ਦੇ ਵੱਲੋਂ ਰਿਹਾਈ ਨੂੰ ਲੈ ਕੇ ਕੁਝ ਕਹਿ ਦਿੱਤਾ ਜਾਂਦਾ ਹੈ ਰਾਜੋਆਣਾ ਦੀ, ਜਾਂ ਫਿਰ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਉੱਤੇ ਕੁਝ ਕਿਹਾ ਜਾਂਦਾ ਹੈ, ਉਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਉਧਰ ਸੂਬੇ ਦੇ ਵਿੱਚ ਚੱਲ ਰਹੀ ਗੈਂਗਵਾਰ ਦੇ ਵਿਚਾਲੇ ਹੁਣ ਬੰਬੀਹਾ ਗੈਂਗ ਦੇ ਨਿਸ਼ਾਨੇ ਦੇ ਉੱਤੇ ਨੇ ਪੰਜਾਬ ਦੇ ਕਬੱਡੀ ਖਿਡਾਰੀ। ਤੇ ਬੰਬੀਹਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਪਾਈ, ਜਿਸ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਮੌਤ ਦਾ ਡਰ ਦਿਖਾਇਆ ਗਿਆ। ਧਮਕੀ 'ਚ ਕਿਹਾ ਗਿਆ ਕਿ ਜੇਕਰ ਕੋਈ ਵੀ ਖਿਡਾਰੀ ਜੱਗੂ ਭਗਵਾਨਪੁਰੀਆ ਦੇ ਕਹਿਣ ਦੇ ਉੱਤੇ ਖੇਡੇਗਾ ਤਾਂ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ। ਪੋਸਟ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬਲੈਕ ਮਨੀ ਨੂੰ ਕਬੱਡੀ ਰਾਹੀਂ ਵਾਈਟ ਮਨੀ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਮੈਚ ਦੇ ਦੌਰਾਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਕਬੱਡੀ ਖਿਡਾਰੀਆਂ ਨੂੰ ਇਹ ਧਮਕੀ ਦਿੱਤੀ ਗਈ ਹੈ। ਪਰ ਵੱਡਾ ਸਵਾਲ ਇਹ ਹੈ ਕਿ ਗੈਂਗਸਟਰਸ ਦੇ ਨਿਸ਼ਾਨੇ ਦੇ ਉੱਤੇ ਕਬੱਡੀ ਲੀਗ ਜਾਂ ਫਿਰ ਕਬੱਡੀ ਦੇ ਖਿਡਾਰੀ ਕਿਉਂ ਨੇ? ਕਿ ਕੋਈ ਨੈਕਸਸ ਹੈ ਇਸ ਦੇ ਵਿਚਾਲੇ? ਕਿਉਂਕਿ ਇਲਜ਼ਾਮ ਪੰਜਾਬੀ ਇੰਡਸਟਰੀ ਔਰ ਕਬੱਡੀ ਦੇ ਕੱਪ ਕਰਵਾਉਣ ਵਾਲਿਆਂ ਦੇ ਉੱਤੇ ਲੱਗਦੇ ਰਹੇ ਨੇ। ਉਧਰ ਬਿਹਾਰ ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਸ਼ੂਟਰ ਕਰਨ ਮਾਨ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਬਿਹਾਰ ਪੁਲਿਸ ਨੇ ਕਰਨ ਨੂੰ ਪੰਜਾਬ ਨੂੰ ਸੌਂਪ ਦਿੱਤਾ। ਇਸ ਗੈਂਗ ਨੇ ਫਿਲਮ ਅਦਾਕਾਰ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। 9 ਮਈ ਨੂੰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਤੇ ਵੀ ਇਸੀ ਗੈਂਗ ਨੇ ਰਾਕਟ ਦੇ ਨਾਲ ਹਮਲਾ ਕੀਤਾ ਸੀ। ਕਰਨ ਮਾਨ ਕਈ ਦਿਨਾਂ ਤੋਂ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਅਰੁਣਾ ਬਾਗ ਇਲਾਕੇ ਦੇ ਵਿੱਚ ਲੁਕਿਆ ਹੋਇਆ ਸੀ। लखबीर सिंह उर्फ लंडा ये उनके साथ शूटर थे और इनके विरुद्ध में और इनके जो बॉस है कई सारे मामले दर्ज हैं और इनको उनके हार्ड हाउस से पकड़ा गया। पंजाब पुलिस से संपर्क कर उनको विधिवत तरीके से हैंड ओवर किया गया है। ਮੋਹਾਲੀ ਰਾਕਟ ਹਮਲੇ ਦੇ ਇਲਾਵਾ ਲਖਬੀਰ ਸਿੰਘ ਉਰਫ ਲੰਡਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਨਾਮ ਆਉਣ ਦੀ ਵੀ ਗੱਲ ਕਹੀ ਜਾ ਰਹੀ ਹੈ। ਲਖਬੀਰ ਸਿੰਘ ਲੰਡਾ ਇਸ ਸਮੇਂ ਕੈਨੇਡਾ ਦੇ ਵਿੱਚ ਹੈ। ਤੇ ਗ੍ਰਿਫਤਾਰੀਆਂ ਤਾਂ ਲਗਾਤਾਰ ਹੋ ਰਹੀਆਂ ਨੇ। ਉਧਰ ਹਰਿਆਣਾ ਸਰਕਾਰ ਦੇ ਵੱਲੋਂ ਅਪਰਾਧੀਆਂ ਦੀ ਜਾਇਦਾਦ ਦੇ ਉੱਤੇ ਬੁਲਡੋਜ਼ਰ ਚਲਾਉਣ ਦਾ ਕੰਮ ਵੀ ਜਾਰੀ ਹੈ ਤੇ ਹੁਣ ਨਿਸ਼ਾਨੇ ਦੇ ਉੱਤੇ ਨੇ ਗੈਂਗਸਟਰ। ਭਿਵਾਨੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੇ ਮਿੰਟੂ ਉਰਫ ਬਿੰਟੂ ਮਡੋਸੀਆ ਦੇ ਗੈਰ ਕਾਨੂੰਨੀ ਮਕਾਨ ਨੂੰ ਜ਼ਮੀਂਦੋਜ਼ ਕਰ ਦਿੱਤਾ। ਮਿੰਟੂ ਤੇ ਹਰਿਆਣਾ ਦੇ ਇਲਾਵਾ ਪੰਜਾਬ, ਰਾਜਸਥਾਨ ਅਤੇ ਦਿੱਲੀ ਦੇ ਵਿੱਚ ਕਤਲ, ਲੁੱਟ, ਅਗਵਾ ਦੇ 20 ਤੋਂ ਜ਼ਿਆਦਾ ਮਾਮਲੇ ਦਰਜ ਨੇ। ਗੈਂਗਸਟਰ ਦੇ ਜਿਸ ਮਕਾਨ ਦੇ ਉੱਤੇ ਪੀਲਾ ਪੰਜਾ ਚੱਲਿਆ, ਉਸ ਦੇ ਵਿੱਚ ਕਦੇ ਖਤਰਨਾਕ ਅਪਰਾਧੀ ਜੁਰਮ ਤੋਂ ਬਾਅਦ ਲੁਕਿਆ ਕਰਦੇ ਸੀ। एक अपराधी है जो कोका में बंद है, तिहाड़ जेल दिल्ली में। सिद्धू मूसेवाला केस में है, उसके खिलाफ 20-22 केस और भी हैं। और पंचायत विभाग की ज़मीन थी, इसने कब्जा कर रखा था नाजायज रूप से। 3 JCB लेके आगे कब्जा छुड़वाया है। उधर पलवल पुलिस ने 2 अपराधी लाला उर्फ दविंदर ਅਤੇ ਕਾਜੂ उर्फ धन सिंह ਦੀ संपत्ति ਦੇ ਉੱਤੇ भी बुलडोजर चला ਦਿੱਤਾ। पहला कब्जा था वो बिल्कुल देसी मोहल्ला के अंदर देवेंद्र उर्फ लाला था, जो कि एक बदमाश किस्म का आदमी है, तो उसका भी कब्जा खाली करवाया। दूसरी ज़मीन है धन सिंह उर्फ काजू, ये भी बदमाश किस्म का आदमी है और निम्का जड़। ਦੋਵੇਂ ਅਪਰਾਧੀ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਨੇ। ਕਾਜੂ ਉਰਫ ਧਨ ਸਿੰਘ ਦੇ ਉੱਤੇ ਕਰੀਬ 6 ਮਾਮਲੇ, ਜਦੋਂ ਕਿ ਲਾਲਾ ਉਰਫ ਦਰਵਿੰਦਰ ਦੇ ਉੱਤੇ 8 ਮਾਮਲੇ ਦਰਜ ਨੇ। ਖੈਰ, ਜਦੋਂ ਇੱਕ ਪਾਸੇ ਪੁਲਿਸ ਦੀ ਕਾਰਵਾਈ ਤਾਂ ਦੂਜੇ ਪਾਸੇ ਅਜਿਹੇ ਕ੍ਰਿਮੀਨਲਸ ਦੇ ਘਰਾਂ ਦੇ ਉੱਤੇ ਐਕਸ਼ਨ ਵੀ ਹੋਵੇ ਪ੍ਰਸ਼ਾਸਨ ਦੇ ਵੱਲੋਂ, ਫਿਰ ਫਰਕ ਤਾਂ ਪੈਂਦਾ।
ਉਧਰ ਫਿਰੋਜ਼ਪੁਰ ਦੇ ਵਿੱਚ ਖੇਤਾਂ ਤੋਂ AK-47 2 ਮੈਗਜ਼ੀਨ ਅਤੇ ਕੁਝ ਹੋਰ ਕਾਰਤੂਸ ਵੀ ਬਰਾਮਦ ਕੀਤੇ ਗਏ। ਇਹ ਹਥਿਆਰ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਤੋਂ ਥਾਣਾ ਆਰਿਫ ਇਲਾਕੇ ਤੋਂ ਮਿਲੇ ਨੇ। ਖੇਤ ਦੇ ਵਿੱਚ ਕੁਝ ਮਜ਼ਦੂਰ ਜਦੋਂ ਸਪਰੇਅ ਕਰ ਰਹੇ ਸੀ ਤਾਂ ਉਹਨਾਂ ਦੀ ਨਜ਼ਰ ਇੱਕ ਬੋਰੀ ਦੇ ਉੱਤੇ ਪਈ ਜਿਸ ਦੇ ਉੱਤੇ A1 ਲਿਖਿਆ ਹੋਇਆ ਸੀ। ਮਜ਼ਦੂਰਾਂ ਨੇ ਇਸ ਦੀ ਖਬਰ ਖੇਤ ਦੇ ਮਾਲਕ ਨੂੰ ਦਿੱਤੀ, ਜਿਸ ਤੋਂ ਬਾਅਦ BSF ਮੌਕੇ ਦੇ ਉੱਤੇ ਪਹੁੰਚ ਗਈ। BSF ਦੇ ਜਵਾਨਾਂ ਨੇ ਸਰਚ ਆਪਰੇਸ਼ਨ ਚਲਾਇਆ ਤਾਂ ਬੋਰੀ ਦੇ ਵਿੱਚ AK-47 2 ਮੈਗਜ਼ੀਨ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਗਏ। ਸਾਡੇ ਪਿੰਡ ਦੇ ਕੁਲਦੀਪ ਸਿੰਘ ਦੀ ਜ਼ਮੀਨ ਆ ਤੇ ਉਹ ਸਪਰੇਅ ਕਰਾ ਰਹੇ ਸੀ ਸ਼ਾਮ ਟਾਈਮ 6 ਵਜੇ ਦੇ ਲਗਭਗ। ਸਾਡੇ ਪਿੰਡ ਦੇ ਹੀ ਲੇਬਰ ਦੇ ਬੰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਜਾਪਿਆ ਵੀ ਜਿਵੇਂ ਕੋਈ ਸ਼ੱਕੀ ਚੀਜ਼ ਹੈ। ਉਹਦੇ ਵਿੱਚ ਦੱਸਣ ਅਨੁਸਾਰ ਪੁਲਿਸ ਨੇ ਦੱਸਿਆ ਰਾਤ ਵੀ AK-47 ਸੀ, ਕੋਈ 2 ਮੈਗਜ਼ੀਨ ਤੇ ਕੁਛ ਨਾਲ ਇਹੋ ਜਿਹਾ ਸਮਾਨ ਸੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਹੀ ਪਾਕਿਸਤਾਨ ਦੇ ਵੱਲੋਂ ਡਰੋਨ ਦੀਆਂ ਹਰਕਤਾਂ ਵੇਖੀਆਂ ਗਈਆਂ ਸੀ। ਹੋ ਸਕਦਾ ਹੈ ਕਿ ਇਹ ਹਥਿਆਰ ਵੀ ਉਸ ਵੇਲੇ ਹੀ ਸੁੱਟ ਦਿੱਤੇ ਗਏ ਹੋਣ। ਫਿਲਹਾਲ BSF ਨੂੰ ਵੀ ਸਰਚ ਦੇ ਵਿੱਚ ਇਹਨਾਂ ਹਥਿਆਰਾਂ ਤੋਂ ਇਲਾਵਾ ਕੁਝ ਹੋਰ ਨਹੀਂ ਮਿਲਿਆ। ਕਾਬਿਲੇ ਗੌਰ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਤਾਂ AK ਸੀਰੀਜ਼ ਦੇ ਹੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਸਿੱਧੂ ਦੇ ਉੱਤੇ ਗੋਲੀਆਂ ਚਲਾਉਣ ਦੇ ਲਈ। ਤਾਂ ਹੁਣ AK-47 ਦੁਬਾਰਾ ਸਰਹੱਦੀ ਇਲਾਕੇ ਦੇ ਵਿੱਚ ਨਜ਼ਰ ਆਈ ਹੈ, ਜੋ ਕਿਹਾ ਜਾ ਰਿਹਾ ਹੈ ਕਿ ਡਰੋਨ ਦੇ ਜ਼ਰੀਏ ਪੰਜਾਬ ਹਿੰਦੁਸਤਾਨ ਦੇ ਵਿੱਚ ਭੇਜੀ ਗਈ। ਅਗਲਾ ਨਿਸ਼ਾਨਾ ਕੀ ਸੀ? ਹਥਿਆਰ ਕਿਉਂ ਭੇਜੇ ਗਏ ਇੰਨੀ ਵੱਡੀ ਤਾਦਾਦ ਦੇ ਵਿੱਚ? ਖੈਰ, ਜਦੋਂ ਨਾਪਾਕ ਗਵਾਂਢੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਹਾਲ ਹੀ ਦੇ ਵਿੱਚ ਨਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਦੀ ਰਖਵਾਲੀ ਹੁਣ 6 ਕੁੱਤੇ ਕਰਨਗੇ। ਸ਼ਿਕਾਰੀਆਂ ਤੋਂ ਬਚਾਉਣ ਦੇ ਲਈ ਹੁਣ ਇਹਨਾਂ ਚੀਤਿਆਂ ਦੀ ਰਖਵਾਲੀ ਦਾ ਜ਼ਿੰਮਾ ਜੰਗਲਾਤ ਵਿਭਾਗ ਤੋਂ ਇਲਾਵਾ ITBP ਨੂੰ ਵੀ ਦਿੱਤਾ ਗਿਆ ਹੈ। ITBP ਇਹਨਾਂ 8 ਚੀਤਿਆਂ ਦੀ ਰਖਵਾਲੀ ਦੇ ਲਈ ਜਰਮਨ ਸ਼ੈਫਰਡ ਡੌਗਸ ਨੂੰ ਟ੍ਰੇਨਡ ਕਰ ਰਹੀ ਹੈ। ਪੰਚਕੂਲਾ 'ਚ ਜਰਮਨ ਸ਼ੈਫਰਡ ਕੁੱਤਿਆਂ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ। ਸਪੈਸ਼ਲ ਟ੍ਰੇਨਿੰਗ ਕੋਰਸ ਦੇ ਦੌਰਾਨ ਕੁੱਤਿਆਂ ਨੂੰ ਚੀਤਿਆਂ ਦੀ ਖਾਲ ਅਤੇ ਹੱਡੀਆਂ ਦਾ ਪਤਾ ਲਗਾਉਣ ਦੇ ਲਈ ਟ੍ਰੇਨ ਕੀਤਾ ਜਾ ਰਿਹਾ ਹੈ। जो एडवांस सिक्योरिटी की बात आती है तो वहाँ पे हमको डॉग की ज़रूरत पड़ती है। हाथी दांत है, टाइगर स्किन है, जितनी भी स्किन वगैरह है सभी को सुंघाया जाता है, उनसे बार बार प्रैक्टिस कराया जाता है, उससे इनको ट्रेन किया जा रहा है। ये अप्रैल में पूरी तरह तैयार हो जाएगा और अप्रैल में वहाँ पे सुरक्षा के लिए तैनात होगा। ਸਪੈਸ਼ਲ ਸਨਾਈਪਰਸ ਡੌਗ ਨੂੰ ਇਸ ਦੇ ਲਈ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਚੀਤਿਆਂ ਦੀ ਸੁਰੱਖਿਆ ਕਰਨਗੇ, ਸ਼ਿਕਾਰੀਆਂ ਤੋਂ ਇਹਨਾਂ 8 ਚੀਤਿਆਂ ਨੂੰ ਬਚਾਉਣਗੇ। ਦਰਅਸਲ ਅਜਿਹੇ ਕਮਾਂਡੋ ਡੌਗਸ ਇਸ ਤਰ੍ਹਾਂ ਦੀ ਟਾਸਕ ਦੇ ਲਈ ਹੁੰਦੇ ਨੇ ਜਿਨ੍ਹਾਂ ਦੇ ਲਈ ਇਹਨਾਂ ਨੂੰ ਖਾਸ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਹੁੰਦੀ ਹੈ। ਖੈਰ, ਟ੍ਰੇਨ ਕੀਤੇ ਜਾ ਰਹੇ ਨੇ ਪੰਚਕੂਲਾ ਦੇ ਵਿੱਚ। ਹਾਲਾਂਕਿ ਜਿਹੜੇ ਜਰਮਨ ਸ਼ੈਫਰਡ ਟ੍ਰੇਨ ਕੀਤੇ ਜਾਂਦੇ ਨੇ ਉਹ ਵੱਖ-ਵੱਖ ਆਪਰੇਸ਼ਨ ਦੇ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਨੇ। ਹੁਣ ਅੱਗੇ ਵਧਦੇ ਅਗਲੀ ਵੱਡੀ ਖਬਰ। 에ਅਰਪੋਰਟ ਦੇ ਨਾਮ ਨੂੰ ਲੈ ਕੇ ਸਿਆਸੀ ਘਮਸਾਨ ਨਜ਼ਰ ਆ ਰਿਹਾ ਤੇ ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ। ਜੀ ਹਾਂ, ਵਿਰੋਧੀਆਂ ਨੂੰ CM ਭਗਵੰਤ ਮਾਨ ਜਵਾਬ ਦੇ ਰਹੇ ਨੇ ਤੇ ਕਹਿ ਰਹੇ ਨੇ 6 ਮਹੀਨਿਆਂ 'ਚ ਸ਼ਹੀਦ ਦੇ ਨਾਮ ਦੇ ਉੱਤੇ 에ਅਰਪੋਰਟ ਆ ਚੁੱਕਿਆ ਹੈ, ਅਗਲੇ 4 ਮਹੀਨਿਆਂ 'ਚ ਨਾਮ ਮੁਹਾਲੀ ਵੀ ਹੋਏਗਾ, ਇੰਤਜ਼ਾਰ ਕਰੋ। ਵਿਰੋਧੀਆਂ ਨੇ 에ਅਰਪੋਰਟ ਦਾ ਨਾਮ ਦੇ ਵਿੱਚ ਮੁਹਾਲੀ ਨਾ ਹੋਣ ਦੇ ਉੱਤੇ ਸਵਾਲ ਚੁੱਕੇ ਸੀ। ਕਾਂਗਰਸ, ਅਕਾਲੀ ਦਲ ਜਿਹੜੇ ਵਿਰੋਧੀ ਨੇ ਉਹ ਲਗਾਤਾਰ ਇਸ ਮੁੱਦੇ ਨੂੰ ਚੁੱਕ ਰਹੇ ਸੀ ਕਿ 에ਅਰਪੋਰਟ ਦਾ ਨਾਮ ਚੰਡੀਗੜ੍ਹ ਕਿਉਂ ਹੈ, ਮੁਹਾਲੀ ਉੱਥੇ ਕਿਉਂ ਨਹੀਂ ਹੈ। ਦਰਅਸਲ 에ਅਰਪੋਰਟ ਦਾ ਨਾਮ ਕੀ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ। ਸ਼ਹੀਦ ਭਗਤ ਸਿੰਘ ਕੌਮਾਂਤਰੀ 에ਅਰਪੋਰਟ ਚੰਡੀਗੜ੍ਹ। ਤਾਂ ਚੰਡੀਗੜ੍ਹ ਤੇ ਮੁਹਾਲੀ ਦੇ ਨਾਮ ਨੂੰ ਲੈ ਕੇ ਪਹਿਲਾਂ ਤੋਂ ਹੀ ਰੇੜਕਾ ਸੀ ਤੇ ਇਸ ਸਭ ਦੇ ਵਿਚਾਲੇ ਕਿਉਂਕਿ ਤਰਕ ਦਿੱਤਾ ਜਾਂਦਾ ਹੈ ਪੰਜਾਬ ਦੇ ਵੱਲੋਂ ਕਿ ਜਿਹੜਾ 에ਅਰਪੋਰਟ ਹੈ ਉਹ ਮੁਹਾਲੀ ਦੀ ਧਰਤੀ ਦੇ ਉੱਤੇ ਬਣਿਆ ਹੋਇਆ, ਇਸ ਕਰਕੇ ਇਸ ਦਾ ਨਾਮ ਮੁਹਾਲੀ ਹੀ ਹੋਣਾ ਚਾਹੀਦਾ ਹੈ। ਤਾਂ ਹੁਣ CM ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈ ਤੇ ਉਹਨਾਂ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ 6 ਮਹੀਨੇ ਸਾਡੀ ਸਰਕਾਰ ਬਣੇ ਨੂੰ ਹੋਏ ਨੇ ਤੇ 6 ਮਹੀਨਿਆਂ ਦੇ ਵਿੱਚ 에ਅਰਪੋਰਟ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਜਾ ਚੁੱਕਿਆ ਹੈ। ਥੋੜਾ ਜਿਹਾ ਇੰਤਜ਼ਾਰ ਕਰੋ, ਅਗਲੇ 4 ਮਹੀਨਿਆਂ ਦੇ ਵਿੱਚ ਮੁਹਾਲੀ ਵੀ ਤੁਹਾਨੂੰ ਨਜ਼ਰ ਆਏਗਾ। ਵੋਟਾਂ ਮੰਗੀ ਗਿਆ ਕਰਾ ਦਿਆਂਗੇ, ਉਹ ਕਰਾ ਦਾਂਗੇ, ਆ ਨਹੀਂ ਮੰਨਦਾ, ਉਹ ਨਹੀਂ ਮੰਨਦਾ, ਹਰਿਆਣਾ ਨਹੀਂ ਮੰਨਦਾ, ਪੰਜਾਬ ਐ ਕਹਿੰਦਾ, ਫਲਾਨਾ ਤਿਮਕਾ ਦਿੱਲੀ ਐ ਕਹਿੰਦੀ ਐ। ਨੋ ਸਰਕਾਰ ਬਣੀ, ਖਟਕੜ ਕਲਾਂ ਸਹੁੰ ਚੁੱਕੀ, ਉਦੋਂ ਬਾਅਦ ਕਾਗਜ਼ ਫਾਈਲਾਂ ਕਢਾਈਆਂ, ਗੱਲ ਕੀਤੀ, ਹਰਿਆਣੇ ਨਾਲ ਗੱਲ ਕੀਤੀ। ਹਰਿਆਣੇ ਵਾਲਿਆਂ ਨੂੰ ਕਿਹਾ ਯਾਰ ਤੁਹਾਨੂੰ ਕੀ ਦਿੱਕਤ ਹੈ ਯਾਰ, ਆਜ਼ਾਦੀ ਜਿਨ੍ਹਾਂ ਨੇ ਦਵਾਈ ਹੈ, ਜਿਨ੍ਹਾਂ ਕਰਕੇ ਤੁਸੀਂ ਵੱਡੇ ਵੱਡੇ ਮੰਤਰੀ ਬਣੇ ਫਿਰਦੇ ਹੋ ਤੇ ਉਹਦੇ ਨਾਂ ਤੋਂ ਤੁਹਾਨੂੰ ਕੀ ਦਿੱਕਤ ਹੈ? ਕਹਿੰਦੇ ਜੀ ਕੀ? ਮੈਂ ਕਿਹਾ ਮੈਂ ਦੱਸੂਗਾ ਲੋਕਾਂ ਨੂੰ ਫਿਰ ਵੀ ਆਹ ਹੋ ਰਿਹਾ ਹੈ। ਕਹਿੰਦੇ ਨਾ ਤੂੰ ਦੱਸੀ ਨਾ, ਤੇਰੇ ਵਾਲਾ ਚੱਲ ਜਾਂਦਾ ਬਾਲਾ, ਤੇ ਦੱਸ ਕਿਵੇਂ ਕਰਨਾ? ਮੈਂ ਕਿਹਾ ਐਂ ਕਰਨਾ। ਅੱਜ ਹੋ ਗਿਆ ਕੰਮ, ਅੱਜ ਤੋਂ ਮੁਹਾਲੀ ਵਾਲੇ 에ਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ ਜੀ। ਇਹ ਫੇਰ ਆ ਗਏ। ਹੁਣ ਮੈਂ ਕਿਤੇ ਮੈਨੂੰ ਕਿਤੇ ਆਇਆ ਸੀ
ਆ ਕੁੱਤੇ ਨੂੰ ਤੁਰਦਿਆਂ ਵਾਲੇ ਨੁਕਸ ਕੱਢਣ ਵਾਲੇ ਭਗਵੰਤ ਮਾਨ ਨੇ ਤਾਂ ਜੀ ਚੰਡੀਗੜ੍ਹ ਰਖਾਤਾ ਨਾਮ, ਮਾਲਿਕਾਂ ਨੇ ਰੱਖਿਆ ਚ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸਬਰ ਕਰ ਲਓ। ਜੇ 6 ਮਹੀਨਿਆਂ ਚ ਭਗਵੰਤ ਮਾਨ ਇਹ ਕੁਝ ਕਰ ਸਕਦਾ ਹੈ, ਅਗਲੇ 4 ਮਹੀਨਿਆਂ ਚ ਇਸੇ ਏਅਰਪੋਰਟ ਦੇ ਨਾਂ ਚ ਮੁਹਾਲੀ ਵੀ ਹੋਊਗਾ। ਇਹ ਵੀ ਇੱਕ ਵੱਡੀ ਸਟੇਟਮੈਂਟ ਹੈ ਕਿ ਵਾਕਈ ਮੋਹਾਲੀ ਹੋ ਜਾਏਗਾ ਇਸ 에ਅਰਪੋਰਟ ਦਾ ਨਾਮ, ਜੋ ਮੌਜੂਦਾ ਸਮੇਂ ਚੰਡੀਗੜ੍ਹ ਹੈ। ਕੇਂਦਰੀ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਹੈ। ਕਾਬਿਲ ਗੌਰ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ 에ਅਰਪੋਰਟ ਦੇ ਨਾਮ ਦੇ ਨਾਲ ਮੋਹਾਲੀ ਨਾ ਹੋਣ ਤੇ ਸਵਾਲ ਚੁੱਕੇ ਸੀ ਤੇ ਉਸ ਨੂੰ ਲੈ ਕੇ ਉਹਨਾਂ ਨੇ ਟਵੀਟ ਕੀਤਾ ਸੀ ਤੇ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਵਿਰੋਧੀ ਸਾਜ਼ਿਸ਼ ਦੇ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਨੇ। ਅਖਬਾਰਾਂ ਦੱਸਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਵਾਈ ਅੱਡੇ ਦੇ ਲਈ 307 ਏਕੜ ਮੋਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਰੱਖਣ ਦਾ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕੀਤਾ ਸੀ। ਤੇ ਰਾਜਾ ਵੜਿੰਗ ਵੀ ਇਸ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਸੀ, ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿ ਰਾਜਾ ਵੜਿੰਗ ਨੇ ਕੀ ਸਵਾਲ ਚੁੱਕੇ ਸੀ। ਬੋਲਣ ਦੇ ਮਾਹਿਰ ਨੇ, ਜਿਸ ਤਰ੍ਹਾਂ ਅੱਜ ਇਹ ਭਗਤ ਸਿੰਘ ਜੀ ਦੇ ਜਦੋਂ ਹਵਾਈ ਅੱਡਾ ਬਣਿਆ, ਇਹਦੀਆਂ ਪਹਿਲੀਆਂ ਹੈਜ਼ੀਟੇਸ਼ਨਾਂ, ਲੜਾਈਆਂ ਕਾਂਗਰਸ ਪਾਰਟੀ ਨੇ ਲੜੀਆਂ ਔਰ ਪਰਚੇ ਹੋਏ ਸਾਡੇ ਤੇ। ਤੁਸੀਂ ਤਾਂ ਸੈਂਟਰ ਸਰਕਾਰ ਅੱਗੇ ਗੋਡੇ ਟੇਕੇ ਹੋਏ ਹੋ। ਇਹ ਜਿਹੜਾ ਹਵਾਈ ਅੱਡਾ ਜਿਹੜਾ ਪੰਜਾਬ ਦਾ ਹੱਕ ਸੀਗਾ, ਪੰਜਾਬ ਦੀ ਸਰਜ਼ਮੀਨ ਤੇ ਹੈ, ਉਹ ਵੀ ਜਿਵੇਂ ਤੁਸੀਂ ਆਖਿਆ ਸੀ ਸਾਡੀ ਵਿਧਾਨ ਸਭਾ ਵੀ ਸਾਨੂੰ ਵੀ ਵੱਖਰੀ ਜਗ੍ਹਾ ਦੇ ਦਿੱਤੀ ਜਾਵੇ। ਇਸ ਤੋਂ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵੀ ਪਹੁੰਚੇ। ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਕਈ ਮੰਤਰੀਆਂ ਸਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਸਮਾਰਕ ਨੂੰ ਫੁੱਲਾਂ ਦੇ ਨਾਲ ਵਿਸ਼ੇਸ਼ ਰੂਪ 'ਚ ਸਜਾਇਆ ਗਿਆ ਸੀ। ਫੁੱਲਾਂ ਦੇ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਗਏ ਸਨ। ਭਾਰਤ ਰਤਨ ਅਵਾਰਡ ਉਸ ਬੰਦੇ ਨੂੰ ਦਿਆ ਕਰੋ ਜਿਹੜਾ ਭਾਰਤ ਦਾ ਅਸਲੀ ਰਤਨ ਹੋਵੇ, ਜਿਹਨੂੰ ਭਾਰਤ ਰਤਨ ਅਵਾਰਡ ਦੇਣ ਨਾਲ ਭਾਰਤ ਰਤਨ ਅਵਾਰਡ ਦੀ ਇੱਜ਼ਤ ਵਧੇ। ਅਵਾਰਡ ਜਿਹੜਾ ਹੈ ਉਹ 'ਚ ਲਾਸਟ ਸਾਈਨ ਪ੍ਰਧਾਨ ਮੰਤਰੀ ਦੇ ਹੁੰਦੇ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਆਜ਼ਮ ਨੂੰ ਯਾਦ ਕੀਤਾ ਤਾਂ ਇਸ ਮੌਕੇ ਤੇ ਕਈ ਹੋਰ ਵੱਡੇ ਚਿਹਰੇ ਵੀ ਖਟਕੜ ਕਲਾਂ ਨਤਮਸਤਕ ਹੋਏ। ਉਧਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੀ ਖਟਕੜ ਕਲਾਂ ਪਹੁੰਚੇ, ਪਰ ਚੰਦੂਮਾਜਰਾ ਦੇ ਨਿਸ਼ਾਨੇ ਦੇ ਉੱਤੇ ਇੱਥੇ ਵੀ ਆਮ ਆਦਮੀ ਪਾਰਟੀ ਰਹੀ। ਸ਼ਹੀਦ ਆਜ਼ਮ ਭਗਤ ਸਿੰਘ ਵਰਗੀਆਂ ਪੱਗਾਂ ਬੰਨ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਜੀ ਹਾਂ, ਇਹ ਕਹਿਣਾ ਹੈ ਪ੍ਰੇਮ ਸਿੰਘ ਚੰਦੂਮਾਜਰਾ ਦਾ, ਜਿਨ੍ਹਾਂ ਦੇ ਨਿਸ਼ਾਨੇ ਤੇ ਹੈ ਪੰਜਾਬ ਸਰਕਾਰ। ਚੰਦੂਮਾਜਰਾ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਭਗਤ ਸਿੰਘ ਦੇ ਜਨਮ ਦਿਨ ਨੂੰ ਸਿਰਫ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਹੈ। ਜਿਹੜੀ ਸਾਡੀ ਪੰਜਾਬ ਦੀ ਸੂਬੇ ਦੀ ਸਰਕਾਰ ਆ, ਇਹਨੇ ਇਸ ਦਿਨ ਨੂੰ ਕੇਵਲ ਆਮ ਆਦਮੀ ਪਾਰਟੀ ਦੀ ਦਾ ਦਿਨ ਬਣਾ ਕੇ ਰੱਖਤਾ। ਸ਼ਹੀਦ ਭਗਤ ਸਿੰਘ ਵਰਗੀਆਂ ਪੱਗਾਂ ਬੰਨ ਕੇ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦੇ। ਇੱਥੋਂ ਤੱਕ ਵੀ ਕਿਹਾ ਕਿ ਸ਼ਹੀਦ ਆਜ਼ਮ ਨੂੰ ਅਰਪਣ ਕੀਤੇ ਜਾਣ ਵਾਲੇ ਫੁੱਲਾਂ ਦੇ ਵਿੱਚ ਵੀ ਭੇਦਭਾਵ ਕੀਤਾ ਗਿਆ ਹੈ। ਇੱਥੇ ਤਾਂ ਸਰਕਾਰ ਨੇ ਫੁੱਲਾਂ ਦਾ ਹੀ ਪਾੜਾ ਪਾਤਾ। ਆਹ ਫੁੱਲ ਜਿਹੜੇ ਨੇ ਸਾਹਿਬ ਭਗਵੰਤ ਸਿੰਘ ਮਾਨ ਵਾਸਤੇ ਰੱਖੇ ਹੋਏ ਨੇ, ਇਹ ਫੁੱਲ ਜਿਹੜੇ ਨੇ ਇਹ ਆਮ ਪਾਰਟੀ ਵਾਸਤੇ ਰੱਖੇ ਹੋਏ ਨੇ। ਦੱਸ ਦਈਏ ਕਿ ਭਗਤ ਸਿੰਘ ਦਾ ਜਨਮ 1907 ਦੇ ਵਿੱਚ 28 ਸਤੰਬਰ ਦੇ ਦਿਨ ਹੋਇਆ ਤੇ ਪੂਰਾ ਦੇਸ਼ ਉਹਨਾਂ ਦਾ 115ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਤੇ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਕੁਰਬਾਨੀ ਨੂੰ, ਤੇ ਉਸ ਕੁਰਬਾਨੀ ਦੀ ਵਜ੍ਹਾ ਦੇ ਨਾਲ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਿੱਚ ਸਾਹ ਲੈ ਰਹੇ ਹਾਂ। ਹੁਣ ਗੱਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ। ਚੰਨੀ ਵੋਟਾਂ ਤੋਂ ਬਾਅਦ ਕਿੱਥੇ ਚਲੇ ਗਏ, ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ, ਜਿਸ ਦਾ ਹੁਣ ਸਾਬਕਾ ਸੀਐਮ ਨੇ ਜਵਾਬ ਵੀ ਦਿੱਤਾ। ਤੇ ਚਰਨਜੀਤ ਸਿੰਘ ਚੰਨੀ ਨੇ ਇਹ ਜਵਾਬ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਦਿੱਤਾ। ਸਾਬਕਾ ਸੀਐਮ ਚੰਨੀ ਨਿਊਜ਼ 18 ਦੇ ਸੀਨੀਅਰ ਪੱਤਰਕਾਰ ਵਿਜੇਪਾਲ ਬਰਾੜ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦੇ ਹੋਏ ਬੋਲੇ, ਸਾਡੇ ਪੱਤਰਕਾਰ ਦਾ ਸਵਾਲ ਸੀ ਕਿ ਸੀਐਮ ਭਗਵੰਤ ਮਾਨ ਵਿਧਾਨ ਸਭਾ 'ਚ ਕਹਿੰਦੇ ਨੇ ਕਿ ਚੰਨੀ ਕਿੱਥੇ ਗਾਇਬ ਨੇ, ਤਾਂ ਇਸ ਦੇ ਉੱਤੇ ਚੰਨੀ ਬੋਲੇ ਕਿ ਮੈਂ ਕਿਤੇ ਭੱਜਿਆ ਨਹੀਂ, ਅਮਰੀਕਾ ਦੇ ਵਿੱਚ ਇਲਾਜ ਕਰਵਾ ਰਿਹਾ ਹਾਂ। ਫਿਰ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਕਿ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਚੰਨੀ ਦੇਸ਼ ਛੱਡ ਕੇ ਭੱਜ ਗਏ ਨੇ, ਤਾਂ ਇਸ ਦੇ ਉੱਤੇ ਚੰਨੀ ਬੋਲੇ ਕਿ ਮੈਂ ਸੀਐਮ ਭਗਵੰਤ ਮਾਨ ਨੂੰ ਨਿੱਜੀ ਤੌਰ ਤੇ ਮਿਲ ਕੇ ਵਧਾਈ ਦੇ ਕੇ ਆਇਆ ਸੀ ਕਿ ਜਦੋਂ ਮੇਰੀ ਜ਼ਰੂਰਤ ਹੋਵੇ ਮੈਂ ਹਾਜ਼ਰ ਹਾਂ। ਵਿਜੇਪਾਲ ਬਰਾੜ ਨੇ ਫਿਰ ਸਵਾਲ ਕੀਤਾ ਕਿ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਕਈ ਫਾਈਲਾਂ ਬਾਰੇ ਤੁਹਾਡੇ ਤੋਂ ਪੁੱਛਣਾ ਹੈ, ਤਾਂ ਇਸ ਦੇ ਉੱਤੇ ਚੰਨੀ ਬੋਲੇ ਕਿ ਸੀਐਮ ਦੇ ਸਾਰੇ ਦਸਤਖਤ ਔਨ ਰਿਕਾਰਡ ਹੁੰਦੇ ਨੇ, ਉਹਨਾਂ ਤੋਂ ਕੋਈ ਭੱਜ ਨਹੀਂ ਸਕਦਾ।
ਤੇ ਫਿਰ ਵਿਜੇਪਾਲ ਦਾ ਸਵਾਲ ਸੀ ਕਿ ਵਿਰੋਧੀ ਪਾਰਟੀਆਂ ਵੀ ਤੰਜ ਕੱਸਦੀਆਂ ਨੇ ਕਿ ਚੰਨੀ ਗਾਇਬ ਹੋ ਗਏ। ਤਾਂ ਚੰਨੀ ਨੇ ਜਵਾਬ ਦਿੱਤਾ ਕਿ ਮੇਰਾ ਫੋਨ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਕਾਲ ਕਰ ਲੈਣ, ਮੈਂ ਨਿਊਜ਼ 18 ਨਾਲ ਵੀ ਤਾਂ ਫੋਨ ਤੇ ਗੱਲ ਕਰ ਹੀ ਰਿਹਾ ਹਾਂ। ਚੰਨੀ ਦਾ ਇਹ ਰਿਪਲਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ 'ਚ ਦਿੱਤੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਸੀਐਮ ਮਾਨ ਨੇ ਚੰਨੀ ਸਰਕਾਰ ਦੇ ਵੇਲੇ ਪਾਸ ਕੀਤੀਆਂ ਫਾਈਲਾਂ ਦੇ ਕੰਟਰੋਵਰਸ਼ੀਅਲ ਹੋਣ ਦੇ ਇਲਜ਼ਾਮ ਲਗਾਏ ਸਨ। ਮੈਂ ਸਲਾਹ ਕਰਨੀ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਈਨ ਕੀਤੇ ਨੇ, ਖਾਸ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਕਿੱਥੇ ਨੇ ਸਰ? ਉਹ ਬਹੁਤ ਸਾਰੀਆਂ ਫਾਈਲਾਂ ਬਾਰੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ, ਕਿਵੇਂ ਸਾਈਨ ਕਰਕੇ, ਕੀ ਸਾਈਨ ਕਰਕੇ, ਇਹਦਾ ਕੀ ਕਰੀਏ ਹੁਣ? ਖੈਰ ਸਾਬਕਾ ਸੀਐਮ ਦੇ ਵੱਲੋਂ ਨਿਊਜ਼ 18 ਨਾਲ ਕੀਤੀ ਗਈ ਗੱਲਬਾਤ ਨੂੰ ਲੈ ਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛਿਆ ਗਿਆ। ਲਾਸਟ ਸੀਐਮ ਪੰਜਾਬ ਦਾ ਕੌਣ ਸੀਗਾ ਮੇਰੇ ਤੋਂ ਪਹਿਲਾਂ? ਚੰਨੀ ਸਾਹਿਬ। ਤੇ ਕਾਂਗਰਸ ਨੇ ਸੀਐਮ ਦਾ ਚਿਹਰਾ ਕੌਣ ਐਲਾਨਿਆ ਸੀ? ਚੰਨੀ। ਤੇ ਉਹਨਾਂ ਨੂੰ ਸੀਐਮ ਨਹੀਂ ਲੱਭ ਰਿਹਾ, ਕਿੱਧਰ ਭੱਜ ਗਿਆ, ਕਿੱਥੇ ਭੱਜ ਗਿਆ? ਦਰਅਸਲ ਸਾਬਕਾ ਮੁੱਖ ਮੰਤਰੀ ਚੰਨੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਰਿਪੋਰਟ ਚੱਲ ਰਹੇ ਸਨ। ਹਾਲਾਂਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਜ਼ਰੂਰ ਆਈਆਂ ਸੀ, ਪਰ ਸੀਐਮ ਮਾਨ ਲਗਾਤਾਰ ਚੰਨੀ ਨੂੰ ਲਾਪਤਾ ਦੱਸ ਰਹੇ ਨੇ। ਖੈਰ ਜਦੋਂ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਵਿਚਾਲੇ ਵਾਰ ਪਲਟਵਾਰ ਹੋਣ, ਸਿਆਸੀ ਜ਼ੁਬਾਨੀ ਜੰਗ ਹੁੰਦੀ ਨਜ਼ਰ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਗੱਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ। ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਤਿਉਹਾਰਾਂ ਦੇ ਮੌਸਮ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਕੇਂਦਰ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 4% ਵਧਾਉਣ ਦਾ ਫੈਸਲਾ ਲਿਆ ਹੈ। ਪਿਛਲੀ ਵਾਰ ਸਰਕਾਰ ਨੇ ਮਾਰਚ ਦੇ ਵਿੱਚ ਡੀਏ ਵਧਾਇਆ ਸੀ। ਇਹ 1 ਜਨਵਰੀ 2022 ਤੋਂ ਲਾਗੂ ਹੋਇਆ ਸੀ। ਮਾਰਚ ਦੇ ਵਿੱਚ ਸਰਕਾਰ ਨੇ ਡੀਏ 'ਚ 3% ਦਾ ਇਜ਼ਾਫਾ ਕੀਤਾ ਸੀ, ਯਾਨੀ ਇਸ ਨੂੰ 31% ਵਧਾ ਕੇ 34 ਕਰ ਦਿੱਤਾ ਗਿਆ ਸੀ। ਹੁਣ 4% ਵਧਣ ਤੋਂ ਬਾਅਦ ਇਹ 38% ਹੋ ਜਾਏਗਾ। ਸਰਕਾਰ ਦੇ ਮਹਿੰਗਾਈ ਭੱਤੇ ਵਧਾਉਣ ਦੇ ਨਾਲ ਦੇਸ਼ ਦੇ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨ ਧਾਰਕਾਂ ਨੂੰ ਫਾਇਦਾ ਹੋਵੇਗਾ। मंत्रिमंडल ने 1 जुलाई 2022 से देय केंद्र सरकार के कर्मचारियों और पेंशन भोगियों को 4% की दर से महंगाई भत्ते और महंगाई राहत की अतिरिक्त किश्त जारी करने की मंजूरी दी है। ਇਸ ਤੋਂ ਇਲਾਵਾ ਕੈਬਨਿਟ ਨੇ ਪੀਐਮ ਗਰੀਬ ਕਲਿਆਣ ਯੋਜਨਾ ਨੂੰ 3 ਮਹੀਨੇ ਵਧਾਉਣ ਦਾ ਫੈਸਲਾ ਵੀ ਲਿਆ। ਹੁਣ ਇਸ ਯੋਜਨਾ ਦਾ ਫਾਇਦਾ ਦਸੰਬਰ 2022 ਤੱਕ ਮਿਲਦਾ ਰਹੇਗਾ। ਪਹਿਲਾਂ ਸਤੰਬਰ 2022 ਨੂੰ ਇਹ ਯੋਜਨਾ ਖਤਮ ਹੋ ਰਹੀ ਸੀ। ਕੇਂਦਰ ਦੇ ਇਸ ਫੈਸਲੇ ਨਾਲ ਦੇਸ਼ ਦੇ 81 ਕਰੋੜ ਤੋਂ ਵੱਧ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਰਾਹਤ ਮਿਲੀ ਹੈ। ਹੁਣ ਦੇਸ਼ ਦੇ ਜ਼ਰੂਰਤਮੰਦਾਂ ਨੂੰ ਦਸੰਬਰ 2022 ਤੱਕ ਮੁਫਤ ਰਾਸ਼ਨ ਮਿਲਦਾ ਰਹੇਗਾ। ਤੋਹਫਾ ਸਿਰਫ ਕੇਂਦਰ ਦੇ ਮੁਲਾਜ਼ਮਾਂ ਦੇ ਲਈ ਨਹੀਂ ਬਲਕਿ ਇੱਕ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੀ ਹੈ। ਜਿਵੇਂ ਕਾਲਜ ਲੈਕਚਰਾਰਸ ਦੇ ਲਈ ਵੱਡੀ ਖਬਰ ਉਹਨਾਂ ਦੇ ਲਈ ਹੈ ਕਿ 7ਵੇਂ ਪੇ ਕਮਿਸ਼ਨ ਦੇ ਬਾਰੇ ਜੋ ਐਲਾਨ ਹੋਏ ਸੀ ਉਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਤਨਖਾਹਾਂ ਬਾਰੇ ਨੋਟੀਫਿਕੇਸ਼ਨ ਜਾਰੀ ਹੋਇਆ। 9 ਸਤੰਬਰ ਨੂੰ ਪੰਜਾਬ ਕੈਬਨਿਟ ਨੇ ਫੈਸਲਾ ਲਿਆ ਸੀ ਲੈਕਚਰਾਰਸ ਦੀ ਜਿਹੜੀ ਸੈਲਰੀ ਹੈ ਉਸ ਨੂੰ ਲੈ ਕੇ ਕਿ 7ਵਾਂ ਪੇ ਕਮਿਸ਼ਨ ਉਹਨਾਂ ਨੂੰ ਦਿੱਤਾ ਜਾਵੇਗਾ। ਤਾਂ ਉਸ ਨੂੰ ਲੈ ਕੇ ਹੁਣ ਜਿਹੜਾ ਨੋਟੀਫਿਕੇਸ਼ਨ ਉਹ ਵੀ ਜਾਰੀ ਹੋ ਚੁੱਕਿਆ। ਲਾਜ਼ਮੀ ਤੌਰ ਤੇ ਜਿਹੜੇ ਲੈਕਚਰਾਰਸ ਨੇ ਕਾਲਜਸ ਦੇ ਉਹਨਾਂ ਦੇ ਲਈ ਇੱਕ ਚੰਗੀ ਵਧੀਆ ਖਬਰ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ। ਉਧਰ ਕੁਰੂਕਸ਼ੇਤਰ ਦੇ ਵਿੱਚ ਮਾਰਕੰਡਾ ਨਦੀ ਦੇ ਉਫਾਨ ਦੇ ਵਿੱਚ ਆਉਣ ਦੇ ਨਾਲ ਕਰੀਬ 6 ਪਿੰਡ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ। ਇਹਨਾਂ ਪਿੰਡਾਂ ਦੇ ਵਿੱਚ ਕਈ ਥਾਂ ਗੋਡਿਆਂ ਤੱਕ ਪਾਣੀ ਹੈ ਤਾਂ ਕਿਤੇ ਲੱਕ ਤੱਕ। ਝੋਨੇ ਦੇ ਖੇਤ ਪਾਣੀ 'ਚ ਡੁੱਬ ਚੁੱਕੇ ਨੇ। ਇਸ ਤੋਂ ਇਲਾਵਾ ਕਈ ਹਜ਼ਾਰ ਏਕੜ ਫਸਲ ਪਾਣੀ 'ਚ ਡੁੱਬੀ ਹੈ। ਸੜਕਾਂ ਤੇ ਪਾਣੀ ਹੈ। ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ। ये देखो फसल का कितना नुकसान हो रहा है, कोई मुआवजा नहीं, कोई कुछ नहीं। बहुत ही तो जी पशु न रखने योग्य रहे ना जी, पशुओं का भी दुख, अब बच्चा का भी डूबने का भी खतरा हो रहा जी। ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਹਾਲਾਤ 3 ਦਿਨ ਤੋਂ ਖਰਾਬ ਨੇ ਲੇਕਿਨ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਦੀ ਸਾਰ ਲੈਣ नहीं आया। ना यहाँ पे कोई एसडीएम आया, ना डीसी आया, ना तहसीलदार आया। अभी क्या हो रहा है, क्या नुकसान 5-6 दिन से पानी लगातार चल रहा, बच्चों की परीक्षा मान नष्ट होगी। ਦੱਸ ਦਈਏ ਕਿ ਬੀਤੀ ਰਾਤ ਮਾਰਕੰਡਾ ਨਦੀ ਦੇ ਵਿੱਚ 22,000 ਕਿਊਸਿਕ ਪਾਣੀ ਸੀ। ਜਿਵੇਂ ਮੀਂਹ ਘੱਟ ਹੋ ਰਿਹਾ ਹੈ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ, ਪਰ ਮਾਰਕੰਡਾ ਨਦੀ ਦੇ ਵਿੱਚ ਉਫਾਨ ਆਉਣ ਤੋਂ ਬਾਅਦ ਨੇੜੇ ਦੇ ਕਈ ਪਿੰਡਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਔਰ ਕਿਸ ਤਰੀਕੇ ਦਾ ਖਾਮਿਆਜ਼ਾ ਹੈ, ਕਿਉਂਕਿ ਜਦੋਂ ਪਾਣੀ ਤੁਹਾਡੇ ਘਰ ਦੇ ਅੰਦਰ ਬਾਹਰ ਖੇਤਾਂ ਦੇ ਵਿੱਚ ਮੁਹੱਲੇ ਦੇ ਵਿੱਚ ਖੜਾ ਹੋਵੇ ਤਾਂ ਫਿਰ ਜ਼ਿੰਦਗੀ ਚੱਲੇਗੀ ਕਿਵੇਂ। ਖੈਰ ਇਹ ਤਾਂ ਹਰਿਆਣਾ ਦੀ ਤਸਵੀਰ ਦਿਖਾਈ ਹੈ। ਪੰਜਾਬ ਵਾਲੇ ਪਾਸੇ ਵੀ ਕਈ ਥਾਵਾਂ ਤੇ ਹਾਲਾਤ ਕੁਝ ਵੱਖਰੇ ਨਹੀਂ। ਮੀਂਹ ਰੁਕ ਚੁੱਕਿਆ ਪਰ ਮੀਂਹ ਦੇ ਨਿਸ਼ਾਨ ਨਾ ਤਾਂ ਜਾ ਰਹੇ ਨੇ ਤੇ ਲੱਗ ਰਿਹਾ ਕਿ ਨਾ ਪ੍ਰਸ਼ਾਸਨ ਇਹਨਾਂ ਨੂੰ ਮਿਟਾਉਣ ਦੀ ਕੋਈ ਕੋਸ਼ਿਸ਼ ਕਰ ਰਿਹਾ ਹੈ ਜਾਂ ਉਹਨਾਂ ਨੂੰ ਕੋਈ ਜ਼ਰੂਰਤ ਨਜ਼ਰ ਆਉਂਦੀ ਹੈ।
ਤੇ ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ ਕਿ ਰਾਜਪੁਰਾ ਦਾ ਅੰਡਰ ਬ੍ਰਿਜ ਮੀਂਹ ਦੇ 4 ਦਿਨਾਂ ਬਾਅਦ ਵੀ ਪਾਣੀ ਦੇ ਨਾਲ ਹੀ ਭਰਿਆ ਹੋਇਆ ਹੈ। ਅੰਡਰ ਬ੍ਰਿਜ ਦੇ ਵਿੱਚ ਤਕਰੀਬਨ 4 ਤੋਂ 5 ਫੁੱਟ ਪਾਣੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਦਾ ਰਾਹ ਤੈਅ ਕਰਨਾ ਪੈਂਦਾ ਹੈ ਰੇਲ ਲਾਈਨ ਨੂੰ ਪਾਰ ਕਰਨ ਦੇ ਲਈ। ਘੱਟ ਤੋਂ ਘੱਟ ਜੀ 6 ਫੁੱਟ ਪਾਣੀ ਹੈ ਜੀ। ਰਾਤ ਦੇ ਫਸੇ ਖੜੇ ਹੈ ਜੀ। ਟਾਇਰ ਦਾ ਨੁਕਸਾਨ ਹੋਇਆ ਜੀ, ਮਤਲਬ ਹੈ 10,000 ਰੁਪਏ ਦਾ ਜੀ। ਦੁਨੀਆ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਹੈ। ਇੱਕ ਕਿਸਾਨ ਜਿਸ ਦਾ ਟਰੈਕਟਰ 4 ਦਿਨਾਂ ਤੋਂ ਅੰਡਰਪਾਸ ਦੇ ਵਿੱਚ ਫਸਿਆ ਹੋਇਆ ਸੀ, ਪ੍ਰਸ਼ਾਸਨ ਦਾ ਇੰਤਜ਼ਾਰ ਕਰਦਾ ਇੰਨਾ ਆਖਿਆ ਕਿ 2,000 ਰੁਪਏ ਕਿਰਾਏ ਤੇ ਇੱਕ ਹੋਰ ਟਰੈਕਟਰ ਲਿਆ ਕੇ ਆਪਣਾ ਟਰੈਕਟਰ ਬਾਹਰ ਕਢਵਾਇਆ। बुरा हाल है जी। इन्ना पानी 5-4 फुट खड़ा जी। 3 दिन हो गए जी बारिश दिन ਹੁਣ ਤਾਂ ਘੱਟੋ ਘੱਟ ਹੁਣ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ ਇੱਥੇ ਆ ਕੇ ਘੱਟੋ ਘੱਟ 2-3 ਕਿਲੋਮੀਟਰ ਉੱਪਰੋਂ ਘੁੰਮ ਕੇ ਆਏਗਾ ਜੀ। ਰਾਜਪੁਰਾ ਪਾਣੀ ਹੈ, ਪਰ ਇੱਥੋਂ ਦਾ ਪ੍ਰਸ਼ਾਸਨ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਿਹਾ। ਲੋਕ ਪਰੇਸ਼ਾਨ ਨੇ, ਜੂਝ ਰਹੇ ਨੇ ਤੇ ਪ੍ਰਸ਼ਾਸਨ ਖੁਸ਼ ਹੈ ਤੇ ਝੂਮ ਰਿਹਾ ਹੈ। ਤੇ ਸਵਾਲ ਲੋਕ ਚੁੱਕ ਰਹੇ ਨੇ ਕਿ ਆਖਿਰ ਇਸ ਪਾਣੀ ਨੂੰ ਕੱਢਣ ਦੀ ਕੋਈ ਯੋਜਨਾ ਵੀ ਸਰਕਾਰ ਦੇ ਕੋਲ ਜਾਂ ਰਾਜਪੁਰਾ ਦੇ ਪ੍ਰਸ਼ਾਸਨ ਦੇ ਕੋਲ ਹੈ ਜਾਂ ਨਹੀਂ। ਖੈਰ ਲੋਕਾਂ ਨੂੰ ਜਦੋਂ ਆ ਰਹੀਆਂ ਦਿੱਕਤਾਂ ਨੂੰ ਕੋਈ ਧਿਆਨ ਨਾ ਦੇਵੇ ਜਾਂ ਬਿਲਕੁਲ ਨਜ਼ਰਅੰਦਾਜ਼ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ, ਤੇ ਅੱਜ ਦਾ ਸਵਾਲ ਜੋ ਉਸ ਦਾ ਜਵਾਬ ਦੱਸਣ ਦੀ। ਪਹਿਲਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਜੋ ਅੱਜ ਅਸੀਂ ਤੁਹਾਨੂੰ ਪੁੱਛਿਆ ਕਿ ਸ਼ਹੀਦ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਕਦੋਂ ਬਣਾਈ ਸੀ। 4 ਆਪਸ਼ਨ ਦਿੱਤੀ, 1922, 1926, 1928, 1930। ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦਾ ਜਨਮ ਦਿਹਾੜਾ, ਇਸ ਕਰਕੇ ਅਸੀਂ ਉਹਨਾਂ ਦੇ ਨਾਲ ਜੁੜਿਆ ਹੋਇਆ ਅੱਜ ਸਵਾਲ ਪੁੱਛਿਆ ਸੀ ਤੇ ਹੁਣ ਉਸ ਦਾ ਜਵਾਬ ਕੀ ਹੈ ਉਹ ਵੀ ਤੁਹਾਨੂੰ ਦੱਸਣ ਦਾ ਵੇਲਾ ਹੈ। ਜਵਾਬ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜਵਾਬ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ 1926 ਦੇ ਵਿੱਚ ਬਣਾਈ ਸੀ। ਆਪਸ਼ਨ ਬੀ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਦੇ ਵਿੱਚ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ, ਭਗਵਤੀ ਚਰਨ ਵੋਰਾ ਤੇ ਹੋਰਾਂ ਨੇ ਕੀਤੀ ਸੀ। ਆਜ਼ਾਦੀ ਸੰਗਰਾਮ ਦੇ ਵਿੱਚ ਨੌਜਵਾਨ ਭਾਰਤ ਸਭਾ ਨੇ ਅਹਿਮ ਰੋਲ ਅਦਾ ਕੀਤਾ। ਇਸ ਸਭਾ ਨੇ 1928 ਦੇ ਵਿੱਚ ਲਾਹੌਰ ਦੇ ਵਿੱਚ ਸਾਈਮਨ ਕਮਿਸ਼ਨ ਦਾ ਬਾਈਕਾਟ ਵੀ ਕੀਤਾ ਸੀ। ਖੈਰ ਭਗਤ ਸਿੰਘ ਹੋਰਾਂ ਦੇ ਵੱਲੋਂ ਸ਼ਹੀਦ ਆਜ਼ਮ ਦੇ ਵੱਲੋਂ ਚੁੱਕੇ ਗਏ ਕਦਮ ਜਾਂ ਫਿਰ ਕੀਤੀ ਗਈ ਪਹਿਲ ਦਾ ਨਤੀਜਾ ਹੈ ਕਿ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ। ਤਾਂ ਸ਼ਹੀਦਾਂ ਨੂੰ ਸਜਦਾ ਸਾਰੇ ਕਰਦੇ ਨੇ ਤੇ ਲਗਾਤਾਰ ਉਹਨਾਂ ਦਾ ਜ਼ਿਕਰ ਵੀ ਹੋ ਰਿਹਾ ਹੈ, ਪਰ ਉਮੀਦ ਕਰਦੇ ਹਾਂ ਖਾਸ ਤੌਰ ਤੇ ਸਰਕਾਰਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਵੱਲੋਂ ਦਿਖਾਏ ਉੱਤੇ ਰਾਹ ਦੇ ਉੱਤੇ ਜ਼ਰੂਰ ਚੱਲਣ ਦੀ ਕੋਸ਼ਿਸ਼ ਕਰਨਗੀਆਂ, ਕਿਉਂਕਿ ਜਦੋਂ ਸ਼ਹੀਦਾਂ ਦੇ ਦਿਖਾਏ ਰਾਹ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ।